जी डॉक्टर साहब साडे कोल अगला फेसबुक मैसेज आया है वीर हरमिंदर सिंह जी का। ये लिखते हैं वाहिगुरू जी का खालसा वाहिगुरू जी की फतेह। साध संगत जी, आप सब नूं पता ही है कि बापू सूरत सिंह खालसा जी अपनी शहादत वाल जा रहे हैं ते बादल हर कोशिश कर रहा है आपां नूं उन्हां दा साथ देण तों रोकण लई, पर आपां घर बैठे भी उन्हां दा साथ दे सकदे हां। सानूं अपने घरां ते उन्हां दे नाम दीआं केसरी झंडियां लाउणीਆਂ ਚਾਹੀਦੀਆਂ ਹਨ ਤਾਂ ਕਿ ਸਰਕਾਰ ਨੂੰ ਪਤਾ ਲੱਗ ਸਕੇ ਕਿ ਸਾਰੇ ਉਹਨਾਂ ਦੇ ਨਾਲ ਹਨ ਤੇ ਕੋਈ ਵੀ ਪੁੱਠਾ ਕੰਮ ਕਰਨ ਤੋਂ ਸਰਕਾਰ ਡਰੇ। ਜਿਵੇਂ ਕਿ ਭਾਈ ਰਾਜੋਆਣਾ ਦੀ ਫਾਂਸੀ ਨੂੰ ਰੋਕਿਆ ਗਿਆ ਸੀ, ਇਸੇ ਤਰ੍ਹਾਂ ਆਪਾਂ ਨੂੰ ਬਾਪੂ ਜੀ ਦਾ ਸਮਰਥਨ ਕਰਨਾ ਚਾਹੀਦਾ ਹੈ। ਜੀ ਡਾਕਟਰ ਸਾਹਿਬ। ਵੀਰ ਹਰਮਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਬਾਪੂ ਸੂਰਤ ਸਿੰਘ ਜੀ ਦੇ ਵਰਤ ਬਾਰੇ ਲਿਖਿਆ। ਅਸੀਂ ਵੀ ਚਿੰਤਤ ਹਾਂ, ਫਿਕਰਮੰਦ ਹਾਂ ਔਰ ਜਿਸ ਕਿਸਮ ਨਾਲ ਹੁਣ ਇਹ ਸਰਬੱਤ ਖਾਲਸਾ ਦੇ ਸ਼ੁਰੂ ਹੋਈ ਹੈ ਵਿਚਾਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉਸ ਤੱਕ ਹੀ ਪਹੁੰਚੇਗਾ, ਕਿਉਂਕਿ ਪੰਜਾਬ ਦੇ ਵਿੱਚ ਤਾਂ ਹੁਣ ਇਹ ਜਥੇਦਾਰਾਂ ਵੱਲੋਂ ਹੁਕਮਨਾਮਾ ਸੌਦਾ ਸਾਧ ਦੀ ਮੁਆਫੀ ਦਾ ਇਸ ਨੇ ਸਾਰੀ ਡਿਬੇਟ ਬਦਲ ਕੇ ਰੱਖ ਦਿੱਤੀ ਹੈ ਜੀ। ਔਰ ਬਾਪੂ ਸੂਰਤ ਸਿੰਘ ਆਲਮੋਸਟ ਪੁਲਿਸ ਦੀ ਹਿਰਾਸਤ 'ਚ ਨੇ। ਸੁਮੇਧ ਸੈਣੀ ਚੇਚਾ ਜਿਹੜਾ ਉਹਨੇ ਉਹ ਦੱਸਿਆ ਮਨ ਜਾ ਕੇ ਕਿ ਜੀ ਸਾਡੇ ਕੰਟਰੋਲ 'ਚ ਨੇ, ਫੋਰਸ ਫੀਡ ਕਰ ਰਹੇ ਨੇ। ਸੋ ਹਾਲ ਦੀ ਘੜੀ ਮੈਨੂੰ ਲੱਗਦਾ ਨਹੀਂ ਕਿ ਵੀ ਇਹ ਉਹਨਾਂ ਨੂੰ ਇੰਡੀਪੈਂਡੈਂਟਲੀ ਪੈਟੀਸ਼ਨ ਹਾਈ ਕੋਰਟ 'ਚ ਹੈ ਉਹਨਾਂ ਨੇ ਪਾਈ ਹੋਈ, ਕੋਈ ਉਸ ਦੇ ਉੱਤੇ ਅੱਜ ਕਾਮੈਂਟ ਵੀ ਆਇਆ ਬਟ ਕਲੀਅਰ ਨਹੀਂ ਸੀ, ਇਸ ਲਈ ਅਸੀਂ ਉਹਨੂੰ ਡਿਸਕਸ ਨਹੀਂ ਕਰਾਂਗੇ। ਪਰ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਜਿਹੜੀ ਉਹਨਾਂ ਦੇ ਵਰਤ ਦੇ ਹਵਾਲੇ ਨਾਲ ਮੋਮੈਂਟਮ ਸੀ ਉਹਨੂੰ ਸਰਕਾਰ ਨੇ ਤੋੜ ਦਿੱਤਾ ਹੈ, ਨਵੇਂ ਇਸ਼ੂ ਲਿਆ ਕੇ ਖੜੇ ਕਰ ਦਿੱਤੇ ਨੇ ਜੀ। ਔਰ ਮੈਂ ਸਮਝਦਾ ਹਾਂ ਵੀ ਜਿਹੜੀ ਹਮਾਇਤ ਹੈ ਉਹ ਬੇਸ਼ੱਕ ਅਸੀਂ ਦੋ ਵੇੜੇ ਆਪਣੀ ਅਰਦਾਸ ਦੇ ਵਿੱਚ ਉਹਨਾਂ ਨੂੰ ਯਾਦ ਕਰੀਏ, ਆਪਣੀ ਵਿਚਾਰ ਦੇ ਵਿੱਚ ਕਰੀਏ, ਇਸ ਨੂੰ ਸਾਨੂੰ ਜਾਰੀ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਉਮਰ ਦੇ ਵਿੱਚ ਆ ਕੇ ਉਹਨਾਂ ਨੇ ਬਹੁਤ ਵੱਡਾ ਬੀੜਾ ਚੁੱਕਿਆ ਔਰ ਸਿਦਕ ਦਿਲੀ ਦੇ ਨਾਲ ਉਹ ਆਪਣੇ ਸਟੈਂਡ ਦੇ ਉੱਤੇ ਖੜੇ ਨੇ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਹਿਸਟਰੀ। ਸਿੱਖ ਇਤਿਹਾਸ ਦੇ ਹਵਾਲੇ ਨਾਲ 6 ਅਕਤੂਬਰ 1963 ਨੂੰ 95 ਸਾਲ ਦੀ ਉਮਰ ਭੋਗ ਕੇ ਬਾਬਾ ਖੜਕ ਸਿੰਘ, ਜਿਨ੍ਹਾਂ ਨੂੰ ਕਦੇ ਸਿੱਖਾਂ ਦੇ ਬੇਤਾਜ ਬਾਦਸ਼ਾਹ ਕਿਹਾ ਜਾਂਦਾ ਸੀ, ਉਹਨਾਂ ਨੇ ਦਿੱਲੀ ਦੇ ਵਿੱਚ ਚੜ੍ਹਾਈ ਕੀਤੀ ਜੀ। 6 ਅਕਤੂਬਰ 1963 ਨੂੰ 6 ਅਕਤੂਬਰ 1985 ਨੂੰ ਕੇਂਦਰੀ ਗ੍ਰਹਿ ਮੰਤਰੀ ਚੌਹਾਨ ਨੇ ਮੰਨਿਆ ਕਿ ਅਸੀਂ ਬਰਨਾਲੇ ਨੂੰ ਜਿਤਾਇਆ ਸੀ। ਕਾਂਗਰਸ ਨੇ 20 ਕੈਂਡੀਡੇਟ ਖੜੇ ਕੀਤੇ ਸੀ। ਲੌਂਗੋਵਾਲ ਸਮਝੌਤੇ ਤੋਂ ਪਹਿਲਾਂ ਹੀ ਇਹ ਸਮਝੌਤਾ ਹੋਇਆ ਸੀ ਕਿ ਬਰਨਾਲਾ ਮੁੱਖ ਮੰਤਰੀ ਬਣੇਗਾ ਔਰ ਬਰਨਾਲਾ ਦੇ ਅਕਾਲੀ ਦਲ ਦੇ 74 ਉਮੀਦਵਾਰ ਜਿਹੜੇ ਨੇ ਉਹ ਸਫਲ ਹੋਏ ਸਨ ਜੀ। 1987 ਚ ਅੱਜ ਦੇ ਦਿਨ 5 ਮੈਂਬਰੀ ਪੰਥਕ ਕਮੇਟੀ ਜਿਹਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ, ਉਹਨਾਂ ਦੇ ਇੱਕ ਮੈਂਬਰ ਸਨ ਭਾਈ ਗੁਰਦੇਵ ਸਿੰਘ ਉਸਮਾਨਵਾਲਾ। ਉਹਨਾਂ ਨੂੰ ਚੁੱਕ ਕੇ ਬੜਾ ਟਾਰਚਰ ਕਰਕੇ ਸ਼ਹੀਦ ਕੀਤਾ ਗਿਆ ਸੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 2013 ਦੇ ਵਿੱਚ ਤੇਲੰਗਾਨਾ 'ਚ ਵਿਜੇਨਾਗ੍ਰਾਮ ਗੁਰਦੁਆਰੇ ਦੇ ਉੱਤੇ ਬੀਜੇਪੀ ਦੇ ਗੁੰਡਿਆਂ ਨੇ ਹਮਲਾ ਕਰਕੇ ਉਹਨੂੰ ਨੁਕਸਾਨ ਪਹੁੰਚਾਇਆ ਸੀ। 1762 ਦੇ ਵਿੱਚ ਇੰਗਲਿਸ਼ ਟਰੂਪਸ ਨੇ ਮਨੀਲਾ ਫਿਲੀਪੀਨਸ ਨੂੰ ਆਕੂਪਾਈ ਕੀਤਾ। 1783 ਚ ਬੈਂਜਾਮਿਨ ਨੇ ਪੇਟੈਂਟ ਕਰਵਾਇਆ ਸੈਲਫ ਵਾਈਂਡਿੰਗ ਕਲੌਕ, ਜਿਹੜੀ ਆਪਣੇ ਆਪ ਚਾਬੀ ਦੇ ਕੇ ਬੰਦ ਹੋ ਜਾਂਦੀ ਸੀ ਜੀ। 1866 ਦੇ ਵਿੱਚ ਪਹਿਲੀ ਟ੍ਰੇਨ ਰੌਬਰੀ ਅਮਰੀਕਾ ਦੇ ਵਿੱਚ ਰੈਨੋ ਬ੍ਰਦਰਸ ਨੇ ਕੀਤੀ ਔਰ $15,000 ਲੈ ਕੇ ਉਹ ਫਰਾਰ ਹੋ ਗਏ। 1899 ਚ ਥਾਮਸ ਐਡੀਸਨ ਨੇ ਜਿਹੜਾ ਪਹਿਲੀ ਮੋਸ਼ਨ ਪਿਕਚਰ ਦਿਖਾਈ। 1890 ਚ ਮਾਰਮਨ ਚਰਚ ਨੇ ਇੱਕ ਤੋਂ ਜ਼ਿਆਦਾ ਵਿਆਹ ਕਰਨ ਦੇ ਉੱਤੇ ਪਾਬੰਦੀ ਲਾਈ, ਪੋਲੀਗੈਮੀ ਤੇ। 1908 ਦੇ ਵਿੱਚ ਆਸਟਰੀਆ ਨੇ ਬੋਸਨੀਆ ਹਰਜ਼ੇਗੋਵੀਨਾ ਨੂੰ ਆਪਣੇ ਕਬਜ਼ੇ ਥੱਲੇ ਕੀਤਾ। 1939 ਚ ਹਿਟਲਰ ਨੇ ਅਨਾਉਂਸ ਕੀਤਾ ਕਿ ਉਹ ਜਿਊਸ਼ ਪ੍ਰੋਬਲਮ ਦਾ ਹੱਲ ਲੱਭੇਗਾ ਔਰ ਬਾਅਦ ਚ ਹਿਮਲਰ ਨੇ ਫਾਈਨਲ ਸੋਲੂਸ਼ਨ ਕਿ ਗੈਸ ਚੈਂਬਰਾਂ ਚ ਰੱਖ ਕੇ ਮਾਰ ਦਿਓ ਇਹ ਕੱਢਿਆ ਜੀ। 1944 ਚ ਸੋਵੀਅਤਸ ਨੇ ਹੰਗਰੀ ਔਰ ਚੈਕੋਸਲੋਵਾਕੀਆ ਤੇ ਕਬਜ਼ਾ ਕੀਤਾ। ਸਟਾਲਿਨ ਨੇ 1951 ਦੇ ਵਿੱਚ ਐਲਾਨ ਕੀਤਾ ਕਿ ਹੁਣ ਰਸ਼ੀਆ ਦੇ ਕੋਲ ਐਟਮ ਬੰਬ ਹੈ। 1961 ਚ ਅਮਰੀਕਾ ਔਰ ਰਸ਼ੀਆ ਦੀ ਜਿਹੜੀ ਹੈ ਲੜਾਈ ਦਾ ਇੰਨਾ ਕੁ ਡਰ ਸੀ ਕਿ ਕੈਨੇਡੀ ਨੇ ਸਲਾਹ ਦਿੱਤੀ ਅਮਰੀਕਨਾਂ ਨੂੰ ਕਿ ਉਹ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਸ਼ੈਲਟਰਸ ਬਣਾਉਣ ਤਾਂ ਕਿ ਨਿਊਕਲੀਅਰ ਲੜਾਈ ਦੇ ਵੇਲੇ ਉਹਨਾਂ ਸ਼ੈਲਟਰਸ ਦੇ ਵਿੱਚ ਵੜ ਸਕਣ। ਔਰ 1978 ਚ ਇਰਾਕ ਨੇ ਐਲਾਨ ਕੀਤਾ ਕਿ ਖਮੀਨੀ ਜਿਹੜਾ ਹੈ ਉਹ ਅਨਡਿਜ਼ਾਇਰੇਬਲ ਪਰਸਨ ਹੈ। ਸੋ ਇਹ ਵਰਲਡ ਹਿਸਟਰੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੌੜੀ ਕਬੀਰ ਜੀ ਦਾ ਸ਼ਬਦ ਚੁਣਿਆ। ਓਏ ਜੋ ਦੀਸੈਂ ਅੰਬਰ ਤਾਰੇ, ਕਿਨ ਓਏ ਚੀਤੇ ਚੀਤਣ ਹਾਰੇ, ਕੌਰੇ ਪੰਡਤ ਅੰਬਰ ਕਾਸਿਓਂ ਲਾਗਾ, ਬੂਝੈ ਬੂਝਣ ਹਾਰ ਸੁਭਾਗਾ, ਸੂਰਜ ਚੰਦ ਕਰੈ ਉਜਿਆਰਾ, ਸਭ ਮੈਂ ਪਸਰਿਆ ਬ੍ਰਹਮ ਪਸਾਰਾ, ਕਹੁ ਕਬੀਰ ਜਾਣੇਗਾ ਸੋਏ,
ਹਿਰਦੈ ਰਾਮ ਮੁਖ ਰਾਮੈ ਹੋਏ। ਜੀ ਸੋ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਜੋ ਅਸਮਾਨ ਦੇ ਵਿੱਚ ਤਾਰੇ ਨਜ਼ਰ ਆਉਂਦੇ ਨੇ, ਇਹਨਾਂ ਨੂੰ ਕਿਸ ਨੇ ਬਣਾਇਆ, ਕਿਨੇ ਪੇਂਟ ਕੀਤਾ ਹੈ? ਉਹ ਚੀਤਨਹਾਰੇ ਕਹਿੰਦੇ ਨੇ ਪੇਂਟਰ ਨੂੰ। ਉਹ ਪੰਡਤ ਤੂੰ ਦੱਸ ਕਿ ਵੀ ਜ਼ਮੀਨ ਤਾਂ ਬੌਲ ਦੇ ਉੱਤੇ ਖੜੀ ਹੈ, ਤੂੰ ਕਹਾਣੀ ਬਣਾਈ। ਜਿਹੜਾ ਅੰਬਰ ਹੈ, ਅਸਮਾਨ ਹੈ, ਇਹ ਕਿਤੇ ਤੇ ਖੜਾ ਹੈ? ਅੰਬਰ ਕਾਸਿਓਂ ਲਾਗਾ, ਬੂਝੈ ਬੂਝਣਹਾਰ ਸੁਭਾਗਾ। ਇਹ ਜਿਸ ਨੂੰ ਵੀ ਨਿਰੰਕਾਰ ਬੁਝਾਉਂਦਾ ਉਹੀ ਸਮਝਦਾ ਵੀ ਇਹ ਨਿਰੰਕਾਰ ਦੀ ਕਲਾ ਕੀ ਹੈ। ਸੂਰਜ ਚੰਦ ਕਰੇ ਉਜਿਆਰਾ, ਸੂਰਜ ਔਰ ਚੰਦਰਮਾ ਇਸ ਧਰਤੀ ਨੂੰ ਰੋਸ਼ਨੀ ਦਿੰਦੇ ਨੇ। ਸਭ ਮੈਂ ਪਸਰਿਆ ਬ੍ਰਹਮ ਪਸਾਰਾ, ਹਰ ਇੱਕ ਦੇ ਵਿੱਚ ਨਿਰੰਕਾਰ ਵਸਦਾ। ਕਹੋ ਕਬੀਰ ਜਾਣੇਗਾ ਸੋਏ, ਹਿਰਦੈ ਰਾਮ ਮੁਖ ਰਾਮੈ ਹੋਏ। ਕਿ ਇਸ ਭੇਤ ਨੂੰ ਉਹੀ ਸਮਝ ਸਕਦਾ ਹੈ ਜਿਹਦੇ ਦਿਲ ਦੇ ਵਿੱਚ ਵੀ ਰੱਬ ਹੈ, ਰਮਿਆ ਹੋਇਆ ਵਾਹਿਗੁਰੂ ਹੈ, ਔਰ ਜਿਹਦੀ ਜ਼ਬਾਨ ਦੇ ਉੱਤੇ ਵੀ ਉਸ ਰੱਬ ਦਾ ਨਾਂ ਹੈ। ਉਹੀ ਸਮਝ ਸਕਦਾ ਹੈ ਕਿ ਇਹ ਸਾਰੀ ਕਾਇਨਾਤ ਨੂੰ ਕਿਵੇਂ ਨਿਰੰਕਾਰ ਨੇ ਬਣਾਇਆ ਹੈ। ਔਰ ਇਹ ਪੰਡਤ ਤੂੰ ਤਾਂ ਕਹਾਣੀਆਂ ਝੂਠੀਆਂ ਸੁਣਾ ਕੇ ਲੋਕਾਂ ਨੂੰ ਭਰਮ ਚ ਪਾਇਆ ਹੋਇਆ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਰਸਾ ਇਸ ਨਾਲ ਆਪਣੇ ਵਿਊਜ਼ ਕੋਲੇ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਆਗਿਆ ਦਿਓ। ਦੇਖਦੇ ਰਹੋ TVAG4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ